ਮੁਨਾਫਿਕ ਦੇਸ਼ ਤੋਂ ਚੱਲ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਾਰੂਪੁਰ ਟਾਪੂ ਵੱਲ ਚੱਲ ਪਏ। ਮਰਦਾਨੇ ਨੂੰ ਗੁਰੂ ਜੀ ਨੇ ਕਿਹਾ, ਵਾਹਿਗੁਰੂ ਦਾ ਜਾਪ ਕਰਦੇ ਹੋਏ ਸਾਡੇ ਪਿੱਛੇ ਤੁਰ ਆਓ। ਇਹ ਆਖ ਕੇ ਭਾਈ ਬਾਲਾ ਤੇ ਮਰਦਾਨਾ ਨੂੰ ਸਮੁੰਦਰ ਉੱਤੇ ਲੈ ਤੁਰੇ। ਗੁਰੂ ਜੀ ਆਪ ਸਹੁੰ ਦਾ ਜਾਪ ਕਰਦੇ ਜਾ ਰਹੇ ਸਨ। ਜਦ ਸਮੁੰਦਰ ਵਿੱਚ ਪਹੁੰਚੇ ਤਾਂ ਮਰਦਾਨਾ ਵਾਹਿਗੁਰੂ ਦਾ ਜਾਪ ਕਰਨਾ ਛੱਡ ਕੇ ਸਹੁੰ ਦਾ ਜਾਪ ਕਰਨ ਲੱਗ ਪਿਆ। ਤਦ ਮਰਦਾਨਾ ਗੋਤੇ ਖਾਣ ਲੱਗਾ। ਜਦ 2-4 ਗੋਤੇ ਲੱਗ ਗਏ ਤਾਂ ਗੁਰੂ ਜੀ ਨੇ ਪਿੱਛੇ ਵੇਖ ਕੇ ਆਖਿਆ, ਮਰਦਾਨਾ ਵਾਹਿਗੁਰੂ ਦਾ ਜਾਪ ਜਪ। ਮਰਦਾਨੇ ਨੇ ਕਿਹਾ, ਮੈਂ ਤਾਂ ਤੁਹਾਡੇ ਵੱਲ ਵੇਖ ਕੇ ਹੀ ਸਹੁੰ ਦਾ ਪਾਠ ਕਰਨ ਲੱਗਾ ਸਾਂ। ਮੈਨੂੰ ਕੀ ਪਤਾ ਸੀ ਕਿ ਸਹੁੰ ਤੁਹਾਡੇ ਵਾਸਤੇ ਹੈ ਤੇ ਵਾਹਿਗੁਰੂ ਮੇਰੇ ਵਾਸਤੇ। ਗੁਰੂ ਜੀ ਨੇ ਕਿਹਾ, ਮਰਦਾਨਾ ਇਹ ਗੱਲ ਨਹੀਂ ਹੈ, ਪਰ ਸਿੱਖ ਨੂੰ ਉਹੀ ਗੱਲ ਕਰਨੀ ਚਾਹੀਦੀ ਹੈ ਜੋ ਗੁਰੂ ਦੱਸੇ। ਗੁਰੂ ਦੀ ਰੀਸ ਨਹੀਂ ਕਰਨੀ ਚਾਹੀਦੀ। ਤਦ ਮਰਦਾਨਾ ਸਤ ਬਚਨ ਆਖ ਕੇ ਵਾਹਿਗੁਰੂ ਦਾ ਜਾਪ ਕਰਕੇ ਗੁਰੂ ਜੀ ਦੇ ਪਿੱਛੇ ਸਮੁੰਦਰ ਉੱਤੇ ਤੁਰਿਆ ਗਿਆ। ਸਮੁੰਦਰ ਪਾਰ ਕਰਕੇ ਗੁਰੂ ਜੀ ਹਾਰੂਪੁਰ ਟਾਪੂ ਵਿੱਚ ਪਹੁੰਚ ਗਏ। ਇੱਕ ਬ੍ਰਿਛ ਹੇਠਾਂ ਜਾ ਬੈਠੇ। ਇਸ ਟਾਪੂ ਦਾ ਰਾਜਾ ਇੱਕ ਸਰੇਵੜਾ ਸੀ ਅਤੇ ਸਾਰੀ ਨਗਰੀ ਉਸ ਦੀ ਸਿੱਖ ਸੀ। ਲੋਕਾਂ ਨੂੰ ਜਦ ਮੀਂਹ ਦੀ ਲੋੜ ਹੁੰਦੀ ਸੀ ਤਾਂ ਉਹ ਰਾਜੇ ਪਾਸੋਂ ਹੀ ਮੰਗਦੇ। ਉਹ ਜੰਤਰ ਮੰਤਰ ਕਰਕੇ ਇੰਦਰ ਦੀ ਪੂਜਾ ਕਰਦਾ ਤਾਂ ਮੀਂਹ ਪੈ ਜਾਂਦਾ। ਇਸ ਕਰਕੇ ਟਾਪੂ ਦੇ ਲੋਕ ਉਸ ਦਾ ਹੀ ਜਾਪ ਕਰਦੇ ਸਨ। ਕਰਤਾਰ ਦੇ ਨਾਮ ਨੂੰ ਕੋਈ ਨਹੀਂ ਜਾਣਦਾ ਸੀ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, ਮਰਦਾਨਾ ਰਬਾਬ ਵਜਾਓ। ਰਬਾਬ ਨਾਲ ਜਦ ਗੁਰੂ ਜੀ ਨੇ ਸ਼ਬਦ ਪੜ੍ਹਿਆ ਤਾਂ ਬਹੁਤ ਲੋਕ ਆਣ ਇਕੱਠੇ ਹੋਏ। ਲੋਕਾਂ ਨੇ ਕਿਹਾ, ਜੀ ਇਸ ਦਾ ਕੀ ਅਰਥ ਹੈ? ਗੁਰੂ ਜੀ ਨੇ ਕਿਹਾ, ਇਸ ਦਾ ਅਰਥ ਹੈ ਕਿ ਭਗਤੀ ਕਰੋ, ਕਰਤਾਰ ਦਾ ਨਾਮ ਜਪੋ, ਇਸ ਨਾਲ ਜੀਵ ਮਾਤਰ ਦਾ ਭਲਾ ਹੁੰਦਾ ਹੈ। ਲੋਕਾਂ ਨੇ ਕਿਹਾ, ਸੰਤ ਜੀ ਸਾਡਾ ਰਾਜਾ ਤਾਂ ਆਪਣਾ ਨਾਮ ਜਪਾਉਂਦਾ ਹੈ। ਉਹ ਕਹਿੰਦਾ ਹੈ ਕਿ ਜਿਵੇਂ ਬੀਜ ਤੋਂ ਬ੍ਰਿਛ ਤੇ ਬ੍ਰਿਛ ਤੋਂ ਬੀਜ ਹੁੰਦਾ ਹੈ, ਇਸ ਪ੍ਰਕਾਰ ਹੀ ਮਨੁੱਖ ਤੋਂ ਮਨੁੱਖ ਪੈਦਾ ਹੁੰਦਾ ਹੈ। ਹੋਰ ਪੈਦਾ ਕਰਨ ਵਾਲਾ ਕਰਤਾ ਕੋਈ ਨਹੀਂ ਹੈ। ਤਦ ਗੁਰੂ ਜੀ ਉੱਥੇ ਆਪਣੇ ਜਾਪ ਵਿੱਚ ਲਿਵਲੀਨ ਬੈਠੇ ਰਹੇ। ਕੁਝ ਦਿਨਾਂ ਉਪਰੰਤ ਜਦ ਲੋਕਾਂ ਨੂੰ ਮੀਂਹ ਦੀ ਲੋੜ ਪਈ ਤਾਂ ਉਹਨਾਂ ਨੇ ਆਪਣੇ ਰਾਜੇ ਨੂੰ ਆਖਿਆ ਕਿ ਮੀਂਹ ਪਵਾਓ। ਰਾਜੇ ਨੇ ਬਹੁਤ ਜੰਤਰਾਂ ਮੰਤਰਾਂ ਦਾ ਜ਼ੋਰ ਲਾਇਆ ਪਰ ਮੀਂਹ ਨਾ ਪਿਆ। ਤੰਗ ਹੋ ਕੇ ਲੋਕਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੀਂਹ ਤੋਂ ਬਿਨਾਂ ਸਾਡੇ ਖੇਤ ਸੁੱਕ ਰਹੇ ਹਨ, ਤੁਸੀਂ ਕਿਰਪਾ ਕਰਕੇ ਇਸ ਦਾ ਕੋਈ ਉਪਾਅ ਦੱਸੋ। ਤਦ ਗੁਰੂ ਜੀ ਨੇ ਕਿਹਾ, ਹੁਣ ਸਰੇਵੜੇ ਦੀ ਸੇਵਾ ਛੱਡ ਕੇ ਏਕ ਓਂਕਾਰ ਨੂੰ ਆਰਾਧਨਾ ਕਰੋ। ਜੋ ਮੰਗੋਗੇ ਉਹੀ ਏਕ ਓਂਕਾਰ ਤੋਂ ਪਾ ਲਵੋਗੇ। ਫੇਰ ਤੁਹਾਨੂੰ ਹੋਰ ਕੋਈ ਚਿੰਤਾ ਨਹੀਂ ਰਹੇਗੀ। ਇਸ ਸਮੇਂ ਜੋ ਤੁਸੀਂ ਮੀਂਹ ਪਵਾਉਣਾ ਚਾਹੁੰਦੇ ਹੋ ਤਾਂ ਤਿਹਾਵਲ ਦਾ ਕੜਾਹ ਪ੍ਰਸ਼ਾਦ ਕਰਕੇ ਕਰਤਾਰ ਪਾਸ ਪ੍ਰਾਰਥਨਾ ਕਰੋ, ਮੀਂਹ ਪੈ ਜਾਏਗਾ। ਇਹ ਗੱਲ ਲੋਕਾਂ ਨੇ ਜਾ ਕੇ ਰਾਜੇ ਨੂੰ ਦੱਸੀ ਤਾਂ ਉਸਨੇ ਕਿਹਾ, ਇਸ ਤਰ੍ਹਾਂ ਹੀ ਕਰ ਵੇਖੋ ਜਿਸ ਤਰ੍ਹਾਂ ਸੰਤਾਂ ਨੇ ਆਖਿਆ ਹੈ। ਤਦ ਸਾਰੇ ਪਿੰਡ ਵਾਸੀਆਂ ਨੇ ਤਿਹਾਵਲ ਦੀ ਦੇਗ ਤਿਆਰ ਕਰਕੇ ਜਦ ਅਰਦਾਸ ਕੀਤੀ ਤਾਂ ਥੋੜੇ ਸਮੇਂ ਉਪਰੰਤ ਹੀ ਛਮ-ਛਮ ਮੀਂਹ ਪੈਣ ਲੱਗ ਪਿਆ ਅਤੇ ਸਾਰੇ ਜਲ-ਥਲ ਹੋ ਗਿਆ। ਇਹ ਕੌਤਕ ਵੇਖ ਕੇ ਰਾਜਾ ਸ਼ਰਮਿੰਦਾ ਹੋ ਕੇ ਗੁਰੂ ਜੀ ਪਾਸ ਆਣ ਕੇ ਆਪਣੇ ਮਤ ਦੀ ਵਡਿਆਈ ਵਿੱਚ ਚਰਚਾ ਕਰਨ ਲੱਗਾ। ਗੁਰੂ ਜੀ ਨੇ ਉਸ ਦੇ ਉੱਤਰ ਪਰਥਾਏ ਇੱਕ ਸ਼ਬਦ ਦਾ ਉਚਾਰਨ ਕੀਤਾ ਜਿਸ ਦਾ ਅਰਥ ਸੀ ਕਿ ਹੇ ਰਾਜਾ, ਤੇਰਾ ਸਰੇਵੜਾ ਮਤ ਤਾਂ ਇਹੋ ਜਿਹਾ ਹੈ ਕਿ ਸਿਰ ਦੇ ਵਾਲ ਪੁੱਟਣੇ, ਮੈਲਾ ਪਾਣੀ ਪੀਣਾ ਤੇ ਮੰਗ ਕੇ ਖਾਣਾ, ਆਪਣੇ ਪਖਾਨੇ ਨੂੰ ਫੋਲ ਕੇ ਗੰਦੀਆਂ ਪੜਾਸਾਂ ਲੈਣੀਆਂ ਤੇ ਪਾਣੀ ਤੋਂ ਦੂਰ ਰਹਿਣਾ, ਹੱਥਾਂ ਨੂੰ ਸਵਾਹ ਲਾ ਕੇ ਸਿਰ ਦੇ ਵਾਲ ਪੁੱਟਣੇ ਅਤੇ ਮਾਤਾ ਪਿਤਾ ਦੀ ਕਿਰਤ ਛੱਡ ਕੇ ਤੁਰੇ ਫਿਰਨਾ ਤੇ ਭੁੱਖੇ ਟੱਬਰ ਨੇ ਧਾਹੀ ਮਾਰ ਕੇ ਰੋਣਾ। ਜੋ ਮਰ ਜਾਂਦੇ ਹਨ ਉਹਨਾਂ ਦਾ ਕੋਈ ਮ੍ਰਿਤਕ ਸੰਸਕਾਰ ਨਾ ਕਰਨਾ ਅਤੇ ਮੁਰਦੇ ਸਰੀਰ ਨੂੰ ਗੰਦੀਆਂ ਥਾਵਾਂ ਤੇ ਸੁੱਟ ਦੇਣਾ। ਤੁਹਾਡੇ ਮਤ ਨੂੰ ਤੀਰਥ ਵੀ ਨੇੜੇ ਨਹੀਂ ਟੁਕਣ ਦਿੰਦੇ ਅਤੇ ਤੁਹਾਡੇ ਘਰਾਂ ਤੋਂ ਬ੍ਰਾਹਮਣ ਭੋਜਨ ਨਹੀਂ ਖਾਂਦੇ। ਤੁਸੀਂ ਸਦਾ ਹੀ ਰਾਤ ਦਿਨ ਹੀ ਗੰਦੇ ਰਹਿੰਦੇ ਹੋ। ਮਰਨ ਸਮੇਂ ਝੰਬ ਮਾਰ ਕੇ ਬਹਿ ਜਾਂਦੇ ਹੋ ਅਤੇ ਸੰਗਤ ਵਿੱਚ ਨਹੀਂ ਜਾਂਦੇ। ਲੱਕਾਂ ਨਾਲ ਲੱਕੜ ਦਾ ਕਾਸਾ ਬੰਨਣਾ ਤੇ ਹੱਥਾਂ ਵਿੱਚ ਸੂਤ ਦੇ ਗੁੱਛਿਆਂ ਦੀ ਚੋਰੀ ਰੱਖਦੇ ਅਤੇ ਅੱਗੜ ਪਿੱਛੜ ਹੋ ਕੇ ਤੁਰਦੇ ਹਨ। ਨਾ ਇਹ ਜੋਗੀ ਹਨ, ਨਾ ਸ਼ਿਵ ਜੀ ਦੇ ਉਪਾਸਕ ਜੰਗਮ ਹਨ, ਨਾ ਕਾਜ਼ੀ ਤੇ ਮੁਲਾਣੇ ਹਨ। ਪਰਮਾਤਮਾ ਦੇ ਵਿਗਾੜੇ ਹੋਏ ਟੋਲਿਆਂ ਦੇ ਟੋਲੇ ਖਰਾਬ ਹੁੰਦੇ ਫਿਰਦੇ ਹਨ। ਜੀਵਾਂ ਨੂੰ ਮਾਰਨ ਤੇ ਰੱਖਣ ਵਾਲਾ ਪਰਮਾਤਮਾ ਹੈ। ਇਹ ਸਰੇਵੜੇ ਵਿਅਰਥ ਕਹਿੰਦੇ ਹਨ ਕਿ ਅਸੀਂ ਜੀਵ ਹੱਤਿਆ ਦੇ ਰਾਖੇ ਹਾਂ। ਸਰੇਵੜੇ ਲੋਕ ਇਸ਼ਨਾਨ ਕਰਨ ਤੋਂ ਵੀ ਸੰਕੋਚ ਕਰਦੇ ਹਨ ਕਿ ਜੀਵ ਹੱਤਿਆ ਨਾ ਹੋ ਜਾਵੇ, ਸਗੋਂ ਸਿਰ ਖੋਹ ਕੇ ਵਿੱਚ ਸੁਆਹ ਪਾ ਲੈਂਦੇ ਹਨ। ਹੇ ਰਾਜਾ, ਪਾਣੀ ਵਿੱਚੋਂ ਹੀ 14 ਰਤਨ ਨਿਕਲੇ ਸਨ। ਪਾਣੀ ਤੇ 68 ਤੀਰਥ ਦੇਵਤਿਆਂ ਨੇ ਰਚੇ ਸਨ ਜਿਨ੍ਹਾਂ ਉੱਤੇ ਪੁਰਬਾਂ ਨੂੰ ਇਕੱਠੇ ਹੁੰਦੇ ਤੇ ਭਜਨ ਬੰਦਗੀ ਹੁੰਦੀ ਹੈ। ਇਸ਼ਨਾਨ ਕਰਕੇ ਹੀ ਨਮਾਜ਼ ਪੜ੍ਹੀ ਜਾਂਦੀ ਹੈ ਤੇ ਪੂਜਾ ਹੁੰਦੀ ਹੈ। ਇਸ਼ਨਾਨ ਕਰਨਾ ਬੁੱਧੀਮਾਨਾਂ ਦਾ ਕਰਮ ਹੈ। ਜਨਮ ਅਤੇ ਮਰਨ ਸਮੇਂ ਵੀ ਇਸ਼ਨਾਨ ਕਰਕੇ ਹੀ ਗਤੀ ਹੁੰਦੀ ਹੈ। ਇਹਨਾਂ ਸ਼ੈਤਾਨਾਂ ਨੂੰ ਇਹ ਇਸ਼ਨਾਨ ਕਰਨ ਵਾਲੀ ਗੱਲ ਨਹੀਂ ਭਾਉਂਦੀ।
ਪਾਣੀ ਤਥਾ ਬਰਤਨ ਨਾਲ ਹੀ ਜੀਵ ਜੰਤਾਂ ਨੂੰ ਆਨੰਦ ਹੁੰਦਾ ਹੈ। ਮੀਂਹ ਵਰਸਣ ਨਾਲ ਹੀ ਅੰਨ ਤੇ ਕਮਾਦ ਆਦਿ ਅਨਾਜ ਪੈਦਾ ਹੁੰਦੇ ਹਨ, ਜਿਸ ਨਾਲ ਸਭ ਦੇ ਪਰਦੇ ਕੱਜੇ ਜਾਂਦੇ ਹਨ। ਮੀਂਹ ਵਰਸਣ ਨਾਲ ਹੀ ਘਾਹ ਪੈਦਾ ਹੁੰਦਾ ਹੈ ਤੇ ਗਊਆਂ ਉਸ ਨੂੰ ਖਾ ਕੇ ਦੁੱਧ ਦਿੰਦੀਆਂ ਹਨ ਤੇ ਇਸਤਰੀਆਂ ਉਸ ਨੂੰ ਰਿੜਕਦੀਆਂ ਹਨ। ਉਸ ਘਿਓ ਨਾਲ ਹੀ ਹੋਮ, ਯੱਗ ਤੇ ਪੂਜਾ ਹੁੰਦੀਆਂ ਹਨ ਤੇ ਜਿਸ ਕਾਰਜ ਵਿੱਚ ਘਿਓ ਪੈ ਜਾਵੇ ਉਹੀ ਸੋਭਾ ਪਾਉਂਦਾ ਹੈ। ਗੁਰੂ ਸਮੁੰਦਰ ਰੂਪ ਅਸਗਾਹ ਹੈ ਤੇ ਸਿੱਖੀ ਉਸ ਵਿੱਚ ਪੈਣ ਵਾਲੀਆਂ ਨਦੀਆਂ ਹਨ। ਜਿਹੜਾ ਵੀ ਸਮੁੰਦਰ ਰੂਪ ਗੁਰੂ ਜੀ ਦੀ ਸ਼ਰਨ ਵਿੱਚ ਜਾਂਦਾ ਹੈ ਉਸ ਦੀ ਉਪਮਾ ਹੁੰਦੀ ਹੈ। ਜੇ ਫੇਰ ਵੀ ਇਹ ਸਿਰ ਖੁੱਤੇ ਇਸ ਪਾਣੀ ਵਿੱਚ ਜਿਸ ਦੀ ਇਤਨੀ ਮਹੱਤਤਾ ਹੈ ਇਸ਼ਨਾਨ ਨਹੀਂ ਕਰਦੇ ਤਾਂ ਇਹਨਾਂ ਦੇ ਸਿਰ ਵਿੱਚ 7 ਬੁੱਕ ਸੁਆਹ ਦੇ ਪਾਓ। ਇਹ ਗੱਲ ਸੁਣ ਕੇ ਸਰੇਵੜਾ ਰਾਜਾ ਬਹੁਤ ਸ਼ਰਮਿੰਦਾ ਹੋਇਆ। ਫਿਰ ਆਪਣੀ ਵਡਿਆਈ ਵਾਸਤੇ ਜੰਤਰਾਂ ਮੰਤਰਾਂ ਦੀ ਕੁਝ ਸ਼ਕਤੀ ਵਿਖਾਉਣ ਲੱਗਾ, ਪਰ ਜਦ ਗੁਰੂ ਜੀ ਉੱਤੇ ਉਸ ਦਾ ਕੁਝ ਵੱਸ ਨਾ ਚੱਲਿਆ ਤਾਂ ਆਪ ਜੀ ਨੂੰ ਸ਼ਕਤੀਵਾਨ ਜਾਣ ਕੇ ਨਮਸਕਾਰ ਕਰਕੇ ਮਾਫੀ ਮੰਗੀ ਅਤੇ ਚਰਨ ਪੌਲ ਲੈ ਕੇ ਸਿੱਖੀ ਧਾਰਨ ਕਰ ਲਈ। ਧਰਮਸ਼ਾਲਾ ਬਣਵਾ ਕੇ ਸੰਗਤ ਸਥਾਪਨ ਕੀਤੀ ਅਤੇ ਸਤਨਾਮ ਦਾ ਜਾਪ ਜਪਾ ਕੇ ਲੋਕਾਂ ਨੂੰ ਸਮਾਰਗ ਤੇ ਲਾਇਆ। ਗੁਰੂ ਜੀ ਨੇ ਕਿਹਾ, ਜਦ ਤੁਹਾਨੂੰ ਕਿਸੇ ਪਦਾਰਥ ਦੀ ਲੋੜ ਹੋਵੇ ਤੇ ਹਾਵਲ ਕਰਕੇ ਟਕਾ ਰੱਖ ਕੇ ਗੁਰੂ ਨਾਮ ਦੀ ਅਰਦਾਸ ਕਰਨੀ, ਤੁਹਾਡਾ ਮਨੋਰਥ ਪੂਰਾ ਹੋਵੇਗਾ। ਜਦ ਗੁਰੂ ਜੀ ਨੇ ਤੁਰਨ ਦੀ ਤਿਆਰੀ ਕੀਤੀ ਤਾਂ ਰਾਜੇ ਨੇ ਅਨੇਕ ਪ੍ਰਕਾਰ ਦੇ ਮੋਤੀ ਜਵਾਹਰਾਤ ਭੇਟਾ ਕੀਤੇ। ਗੁਰੂ ਜੀ ਨੇ ਕਿਹਾ, ਇਹ ਮੋਤੀ ਝੂਠੇ ਜਾਣੋ, ਕੇਵਲ ਹਰੀ ਨਾਮ ਦਾ ਮੋਤੀ ਸੁੱਚਾ ਹੈ, ਜਿਸ ਦੀ ਦੋਹਾਂ ਲੋਕਾਂ ਵਿੱਚ ਸੋਭਾ ਹੁੰਦੀ ਹੈ। ਸਾਡੇ ਪਾਸ ਉਹੀ ਇੱਕ ਮੋਤੀ ਹੈ, ਇਹ ਸਾਡੇ ਕਿਸੇ ਕੰਮ ਨਹੀਂ ਹਨ। ਇਸ ਪ੍ਰਕਾਰ ਬਚਨ ਕਰਕੇ ਗੁਰੂ ਜੀ ਇੱਥੋਂ ਵਿਦਾ ਹੋ ਗਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।